ਗੁਰਮਤਿ ਸਮਾਗਮ ਦਾ ਅਰਥ ਹੈ ਜਿੱਥੇ ਗੁਰੂ ਦੀ ਮੱਤ ਜਿਹੜੀ ਹੈ ਉਹ ਆਪਾਂ ਧਾਰਨ ਕਰਨ ਵਾਸਤੇ ਆਉਣਾ, ਇਹ ਸਮਝਣ ਵਾਸਤੇ ਆਉਣਾ ਕਿ ਗੁਰੂ ਦੀ ਮੱਤ ਕੀ ਹੈ। ਕਿਉਂਕਿ ਮਨੁੱਖ ਦੀ ਜਿਹੜੀ ਆਪਣੀ ਮੱਤ ਹੈ ਉਹ ਹਮੇਸ਼ਾ ਹੀ ਅਧੂਰੀ ਰਹਿੰਦੀ ਹੈ। ਕੋਈ ਵੀ ਬੰਦਾ ਦੁਨੀਆ ਵਿੱਚ ਪੂਰਾ ਨਹੀਂ ਹੋ ਸਕਦਾ, ਪਰਫੈਕਟ ਨਹੀਂ ਹੋ ਸਕਦਾ। ਸਾਰੀ ਦੁਨੀਆ ਇੰਪਰਫੈਕਟ ਹੈ। ਕੋਈ ਨਾ ਕੋਈ ਘਾਟ, ਕੋਈ ਕਮੀ, ਕੋਈ ਔਗਣ, ਕਮਜ਼ੋਰੀ ਹਰ ਇਨਸਾਨ ਵਿੱਚ ਰੱਬ ਨੇ ਰੱਖੀ ਹੈ। ਜਿੱਥੇ ਅਕਾਲ ਪੁਰਖ ਰੱਬ ਨੇ ਗੁਣ ਬਖਸ਼ਿਸ਼ ਕੀਤੇ ਹਨ, ਉੱਥੇ ਸਾਧ ਸੰਗਤ ਔਗਣ ਤੇ ਕਮਜ਼ੋਰੀ ਵੀ ਹਰ ਇਨਸਾਨ ਵਿੱਚ ਰੱਖੀ ਹੈ। ਇਸ ਲਈ ਕੋਈ ਵੀ ਬੰਦਾ ਪਰਫੈਕਟ ਨਹੀਂ, ਸਾਰੀ ਦੁਨੀਆ ਇੰਪਰਫੈਕਟ ਹੈ। ਜੇ ਕੋਈ ਪਰਫੈਕਟ ਹੈ, ਭਾਵ ਪੂਰਾ ਹੈ, ਤਾਂ ਉਹ ਸਿਰਫ ਦੋ ਹਸਤੀਆਂ ਨੇ, ਇੱਕ ਅਕਾਲ ਪੁਰਖ ਪਰਮੇਸ਼ਰ ਔਰ ਦੂਸਰਾ ਅਕਾਲ ਪੁਰਖ ਤੋਂ ਵਰੋਸਾਇਆ ਹੋਇਆ ਗੁਰੂ ਪਰਮੇਸ਼ਰ। ਰੱਬ ਔਰ ਗੁਰੂ ਦੋਵੇਂ ਪੂਰੇ ਨੇ, ਬਾਕੀ ਸਾਰਾ ਸੰਸਾਰ ਅਧੂਰਾ ਹੈ। ਤਾਈਓ ਪਾਤਸ਼ਾਹ ਨੇ ਕਿਹਾ ਭੁੱਲਣ ਅੰਦਰ ਸਭ ਕੋ, ਸਾਰੀ ਦੁਨੀਆ ਭੁੱਲ ਕਰ ਸਕਦੀ ਹੈ। ਜੇ ਕੋਈ ਭੁੱਲਦਾ ਨਹੀਂ, ਉਹ ਸਿਰਫ ਦੋ ਜਣੇ ਨੇ, ਅਭੁੱਲ ਗੁਰੂ ਕਰਤਾਰ। ਗੁਰੂ ਤੇ ਅਕਾਲ ਪੁਰਖ ਰੱਬ ਕਦੇ ਭੁੱਲ ਗਲਤੀ ਨਹੀਂ ਕਰਦੇ। ਇਸ ਲਈ ਸਾਧ ਸੰਗਤ ਆਪਾਂ ਗੁਰੂ ਦੀ ਮੱਤ ਲੈਣ ਵਾਸਤੇ ਆਈਦਾ, ਕਿਉਂਕਿ ਸਾਡੀ ਮੱਤ ਵਿੱਚ ਕਦੇ ਵੀ ਭੁੱਲ ਹੋ ਸਕਦੀ ਹੈ। ਬੰਦੇ ਦੀ ਮੱਤ ਪੂਰੀ ਨਹੀਂ ਹੈ। ਇਸੇ ਲਈ ਪਾਤਸ਼ਾਹ ਨੇ ਕਿਹਾ ਭਾਈ ਗੁਰੂ ਦੇ ਕੋਲੋਂ ਮੱਤ ਸਿੱਖ, ਗੁਰੂ ਦੇ ਕੋਲੋਂ ਅਕਲ ਲੈ, ਗੁਰੂ ਦੇ ਕੋਲੋਂ ਤੈਨੂੰ ਬੁਝਾਈ ਭਾਵ ਮੱਤ ਅਕਲ ਪ੍ਰਾਪਤ ਹੋਵੇ। ਕਿਉਂਕਿ ਅਕਲ ਤੋਂ ਬਗੈਰ ਕੀਤੀ ਹੋਈ ਸੇਵਾ ਵਿਅਰਥ ਜਾਂਦੀ ਹੈ। ਅਕਲ ਤੋਂ ਬਗੈਰ ਜਪਿਆ ਹੋਇਆ ਨਾਮ ਵੀ ਥਾਂ ਨਹੀਂ ਪੈਂਦਾ। ਉਹਦੇ ਵਾਸਤੇ ਵੀ ਗੁਰੂ ਦੀ ਅਕਲ ਲੈਣੀ ਪੈਂਦੀ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਦਾਨ ਕਰਨ ਵਾਸਤੇ ਵੀ ਗੁਰੂ ਦੀ ਅਕਲ ਚਾਹੀਦੀ ਹੈ। ਕਿਉਂਕਿ ਆਪਣੀ ਅਕਲ ਨਾਲ ਆਪਾਂ ਦਾਨ ਤਾਂ ਕਰ ਸਕਦੇ ਹਾਂ, ਪਰ ਆਪਣੀ ਅਕਲ ਨਾਲ ਮਾਣ ਵੀ ਕਰ ਲੈਂਦੇ ਨਾਲ। ਔਰ ਜਦੋਂ ਦਾਨ ਕਰਕੇ ਮਾਣ ਆ ਜਾਏ, ਉਹ ਦਾਨ ਕੀਤਾ ਸਾਰਾ ਹੀ ਵਿਅਰਥ, ਉਹ ਦਾਨ ਲੇਖੇ ਵਿੱਚ ਨਹੀਂ ਪੈਂਦਾ। ਪਾਤਸ਼ਾਹ ਨੇ ਉਦਾਹਰਨ ਦੇ ਕੇ ਕਿਹਾ, ਕਹਿੰਦੇ ਫਿਰ ਤੇਰਾ ਦਾਨ ਕੀਤਾ ਹੋਇਆ ਤੀਰਥਾਂ 'ਤੇ ਜਾਣਾ, ਤੇਰਾ ਪੁੰਨ ਦਾਨ ਕਰਨਾ, ਪੂਜਾ ਪਾਠ ਕਰਨਾ, ਤੇਰਾ ਕੀਤਾ ਹੋਇਆ ਨੇਮ, ਭਾਈ ਇਹ ਸਾਰਾ ਇੱਦਾਂ ਵਿਅਰਥ ਹੈ ਜਿਵੇਂ ਕੋਈ ਹਾਥੀ ਨਦੀ ਵਿੱਚ ਨਹਾਉਣ ਤੋਂ ਬਾਅਦ ਆਪਣੇ ਉੱਤੇ ਫਿਰ ਗੰਦਗੀ ਪਾ ਲਵੇ। ਇੱਦਾਂ ਦਾਨ ਪੁੰਨ ਸੇਵਾ ਪੂਜਾ ਪਾਠ ਤੀਰਥ ਕਰਕੇ ਤੂੰ ਜਦੋਂ ਮਨ 'ਚ ਮਾਣ ਕਰ ਲੈਂਦਾ ਨਾ ਮੈਂ ਕੀਤਾ, ਉਹ ਸਾਰਾ ਵਿਅਰਥ ਜਾਂਦਾ ਜਿਵੇਂ ਹਾਥੀ ਦਾ ਇਸ਼ਨਾਨ ਵਿਅਰਥ ਹੈ। ਇਸ ਲਈ ਗੁਰੂ ਦੇ ਕੋਲੋਂ ਅਕਲ ਸਿੱਖ, ਗੁਰੂ ਦੇ ਕੋਲੋਂ ਮੱਤ ਗ੍ਰਹਿਣ ਕਰ। ਤੂੰ ਕਿਵੇਂ ਸੇਵਾ ਕਰਨੀ ਹੈ, ਕਿਵੇਂ ਨਾਮ ਜਪਣਾ ਹੈ, ਦਾਨ ਕਿਵੇਂ ਕਰਨਾ ਹੈ, ਇਹ ਗੁਰੂ ਦੇ ਕੋਲੋਂ ਸਿੱਖਣਾ ਪੈਣਾ। ਤਾਈਓ ਪਾਤਸ਼ਾਹ ਨੇ ਬਚਨ ਕਹੇ ਤੁਹਾਨੂੰ ਯਾਦ ਰਹਿੰਦੇ ਨੇ, ਜਿੱਥੇ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ, ਇਹ ਧਰਮ ਦੇ ਕਰਮ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਹਿੰਦੇ ਇੱਦਾਂ ਵਿਅਰਥ ਗਿਆ ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਵਿਅਰਥ ਹੈ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਭਾਈ ਜਿਵੇਂ ਅੰਨਾ ਬੰਦਾ ਰੱਸੀ ਵੱਟਣ ਲੱਗ ਜਾਏ, ਉਦੋਂ ਲੋਕ ਰੱਸੀਆਂ ਬਾਣ ਵੱਟਦੇ ਹੁੰਦੇ ਸਨ ਸਨੁਕੜੇ ਦਾ, ਹੁਣ ਤਾਂ ਅੱਜ ਕੱਲ੍ਹ ਉਹ ਸਿਸਟਮ ਬਦਲ ਗਿਆ। ਤਾਂ ਕਹਿੰਦੇ ਅੰਨਾ ਬੰਦਾ ਰੱਸੀ ਵੱਟ ਵੱਟ ਕੇ ਪਿੱਛੇ ਸੁੱਟੀ ਜਾਵੇ, ਪਿੱਛੇ ਉਹ ਰੱਸੀ ਜਿਹੜੀ ਉਹ ਬੱਛਾ ਖਾਈ ਜਾਵੇ, ਤਾਂ ਘੰਟਿਆਂ ਵੱਧੀ ਉਹ ਰੱਸੀ ਵੱਟਣ ਤੋਂ ਬਾਅਦ ਉਹਨੂੰ ਲੱਗਦਾ ਵੇ ਬਹੁਤ ਰੱਸੀ ਵੱਟ ਲਈ ਮੈਂ, ਤਾਂ ਉਹਨੇ ਪਿੱਛੇ ਵੇਖਿਆ ਨਹੀਂ, ਉਹ ਸਾਰੀ ਰੱਸੀ ਬੱਛਾ ਖਾ ਗਿਆ। ਕਹਿੰਦੇ ਭਾਈ ਇੱਦਾਂ ਧਰਮ ਦਾ ਕਰਮ ਕਰਨ ਵਾਲੇ ਨੂੰ ਲੱਗਦਾ ਮੈਂ ਬਹੁਤ ਕਰਮ ਕਰ ਲਏ ਧਰਮ ਦੇ, ਪਰ ਉਹ ਨਾਲ ਦੀ ਨਾਲ ਮਾਣ ਕਰਦਾ ਰਹਿੰਦਾ, ਉਹਦਾ ਹੰਕਾਰ ਉਹਦੇ ਸਾਰੇ ਕਰਮਾਂ ਨੂੰ ਖਾ ਜਾਂਦਾ। ਅੰਤ ਵੇਲੇ ਅਖੀਰ ਵੇਲੇ ਉਹਦੇ ਕੋਲ ਕੁਛ ਵੀ ਧਰਮ ਦਾ ਨਹੀਂ ਬਚਣਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਇੱਦਾਂ ਜਿਵੇਂ ਤੇਲ ਕੱਢਣ ਵਾਲਾ ਕੋਹਲੂ ਤੇ ਤੇਲੀ ਹੁੰਦਾ, ਹੁਣ ਤਾਂ ਇਲੈਕਟ੍ਰੋਨਿਕ ਸਿਸਟਮ ਹੈ, ਸਾਰਾ ਕੁਝ ਉਹਦੇ ਨਾਲ ਚੱਲਦਾ। ਪਹਿਲਾਂ ਲੋਕ ਬਲਦਾਂ ਨਾਲ ਚਲਾਉਂਦੇ ਸੀ,
ਝਲਾਰ ਦਾ ਪਾਣੀ ਵੀ ਖੂਹ ਦਾ ਕੱਢਣਾ ਉਹ ਵੀ ਬਲਦਾਂ ਦੇ ਨਾਲ, ਤੇਲ ਕੱਢਣਾ ਕੋਹਲੂ ਦਾ ਉਹ ਵੀ ਬਲਦ ਜੋੜੇ ਹੁੰਦੇ ਸੀ। ਕਹਿੰਦੇ ਉਹ ਬਲਦਾਂ ਦੀਆਂ ਅੱਖਾਂ ਉੱਤੇ ਉਹ ਪੱਟੀ ਬੰਨ੍ਹ ਦਿੰਦਾ, ਖੋਪੇ ਬੰਨ੍ਹ ਦਿੰਦਾ, ਅਤੇ ਉਹ ਕੋਹਲੂ ਦੇ ਆਲੇ ਦੁਆਲੇ ਬੈਲ ਘੁੰਮਦੇ ਰਹਿੰਦੇ, ਬੈਲ ਉਹ ਕੋਹਲੂ ਚੱਲਦਾ ਰਹਿੰਦਾ, ਸਰੋਂ ਪਾਉਂਦਾ ਰਹਿੰਦਾ ਤੇਲੀ, ਤਾਂ ਉਹਦੇ ਵਿੱਚੋਂ ਤੇਲ ਨਿਕਲਦਾ। ਘੰਟਿਆਂ ਬੱਧੀ ਉਹ ਬੈਲ ਜਿਹੜੇ ਵਿਚਾਰੇ ਕੋਹਲੂ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ, ਸ਼ਾਮਾਂ ਤੱਕ ਥੱਕ ਜਾਂਦੇ, ਉਹਨਾਂ ਨੂੰ ਲੱਗਦਾ ਬਹੁਤ ਦੂਰ ਪਹੁੰਚ ਗਏ ਹੋਣੇ ਆ, ਕਿਉਂ ਸਵੇਰ ਦੇ ਚੱਲੇ ਆ। ਪਰ ਜਦੋਂ ਉਹ ਅੱਖਾਂ ਤੋਂ ਪੱਟੀ ਲਾਉਂਦਾ, ਖੋਪਾ ਲਾਉਂਦਾ, ਤਾਂ ਕਹਿੰਦੇ ਉਹ ਬੈਲ ਕੀ ਵੇਖਦੇ ਆ ਵੀ ਅਸੀਂ ਤਾਂ ਕੋਹਲੂ ਦੇ ਆਲੇ ਦੁਆਲੇ ਘੁੰਮੀ ਗਏ, ਪਹੁੰਚੇ ਕਿਤੇ ਵੀ ਨਹੀਂ, ਉੱਥੇ ਦੇ ਉੱਥੇ। ਇੱਦਾਂ ਧਰਮ ਦੀ ਦੁਨੀਆ ਵਿੱਚ ਪੂਜਾ ਪਾਠ ਸੇਵਾ ਸਿਮਰਨ ਕਰਕੇ ਮਾਣ ਕਰ ਲੈਣਾ ਇਸ ਤਰ੍ਹਾਂ ਹੈ ਜਿਵੇਂ ਉਹ ਕੋਹਲੂ ਦਾ ਬੈਲ ਜਿਹੜਾ ਉੱਥੇ ਘੁੰਮੀ ਜਾ ਰਿਹਾ। ਇਸ ਲਈ ਪਾਤਸ਼ਾਹ ਨੇ ਕਿਹਾ ਗੁਰੂ ਦੇ ਕੋਲੋਂ ਮੱਤ ਗ੍ਰਹਿਣ ਕਰ। ਭਾਈ ਗੁਰਦਾਸ ਜੀ ਲਿਖਦੇ, ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ। ਕੋਸ ਕਹਿੰਦੇ ਕਿਲੋਮੀਟਰਾਂ 'ਚ, ਕਹਿੰਦੇ ਉਹਨੂੰ ਲੱਗਦਾ ਬਹੁਤ ਕਿਲੋਮੀਟਰ ਚੱਲ ਲਿਆ ਮੈਂ। ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਨੈਣ ਉਗਰਤ ਬਾਹੀ ਠਾਓ ਹੀ ਠਿਕਾਨੋ ਹੈ। ਅੱਖਾਂ ਖੁੱਲੀਆਂ ਉਹਨੂੰ ਐਂ ਲੱਗਿਆ ਉੱਥੇ ਖੜੇ ਤਾਂ ਬਈ ਪਹੁੰਚੇ ਨਹੀਂ ਕਿਤੇ। ਕਹਿੰਦੇ ਇਸ ਤਰ੍ਹਾਂ ਭਾਈ ਇਹ ਕੀਤੇ ਹੋਏ ਧਰਮ ਦੇ ਕਰਮ ਕਰਕੇ ਕੋਈ ਮਹਾਨ ਕਰ ਲੈ ਤਾਂ ਉੱਥੇ ਹੀ ਰਹਿੰਦਾ। ਜੈਸੇ ਜੇਵਰੀ ਬਟ ਤੰਦਰੋ ਅਚਿੰਤ ਚਿੰਤ, ਅੰਨਾ ਬੰਦਾ ਰੱਸੀ ਬੱਟੀ ਜਾਵੇ, ਖਾਤ ਜਾਤ ਬਸ਼ਰੇ ਟਟੋਰੇ ਪਛਤਾਨੋ ਹੈ। ਕਹਿੰਦੇ ਬਸ਼ਰੇ ਨੇ ਖਾ ਲਈ, ਹੁਣ ਉਹ ਟੋਹ ਕੇ ਵੇਖਦਾ ਰੱਸੀ ਤਾਂ ਹੈ ਹੀ ਨਹੀਂ, ਜਿੰਨੀ ਵੱਟੀ ਉਹ ਤਾਂ ਬੱਚਾ ਖਾ ਗਿਆ। ਜਿੰਨੇ ਧਰਮ ਦੇ ਕਰਮ ਕੀਤੇ ਉਹ ਤਾਂ ਮਹਾਨ ਹੰਕਾਰ ਨੇ ਸਭ ਖਤਮ ਕਰਦੇ। ਇਸ ਲਈ ਪਾਤਸ਼ਾਹ ਨੇ ਕਿਹਾ ਗੁਰੂ ਕੋਲੋਂ ਮੱਤ ਗ੍ਰਹਿਣ ਕਰ, ਤੈਨੂੰ ਸੇਵਾ ਕਰਨੀ ਆ ਜਾਏ। ਗੁਰੂ ਦੇ ਕੋਲੋਂ ਮੱਤ ਮੰਗਿਆ ਕਰ। ਤਾਈਓ ਤੁਸੀਂ ਜਪਜੀ ਸਾਹਿਬ ਵਿੱਚ 2 ਵਾਰ ਇੱਕ ਪੌੜੀ ਨਾਲ ਪੜ੍ਹਦੇ ਹੋ, ਦੋਵਾਂ ਪੌੜੀਆਂ ਨਾਲ ਪਾਤਸ਼ਾਹ ਨੇ 2 ਵਾਰ ਦੁਹਰਾ ਕੇ ਲਿਖਿਆ, ਗੁਰੂ ਕੋਲੋਂ ਹੱਥ ਜੋੜ ਕੇ ਮੰਗਿਆ ਕਰ, ਗੁਰਾ ਇੱਕ ਦੇਹ ਬੁਝਾਈ, ਹੇ ਸਤਿਗੁਰੂ ਮੈਨੂੰ ਇੱਕ ਅਕਲ ਦਿਓ। ਬੁਝਾਈ ਦਾ ਅਰਥ ਅਕਲ। ਗੁਰਾ ਇੱਕ ਦੇਹ ਬੁਝਾਈ, ਪੜ੍ਹੋ, ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ, ਹੇ ਸਤਿਗੁਰੂ ਮੈਨੂੰ ਅਕਲ ਦਿਓ। ਕਿਹੜੀ? ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਖੋ ਸਭਨਾ ਜੀਆਂ ਕਾ ਇੱਕ, ਸੋ ਮੈਂ, ਫਿਰ ਆਖੀਏ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਦਾਤਾ, ਸੋ ਮੈਂ। ਮਹਾਰਾਜ ਹਰ ਕਰਮ ਵਿੱਚ ਮੈਨੂੰ ਰੱਬ ਨਾ ਭੁੱਲੇ, ਉਹ ਨਾ ਵਿਸਰੇ, ਕਿਉਂਕਿ ਜਿੱਥੇ ਮਾਨ ਹੰਕਾਰ ਹਉਮੈ ਆ ਜਾਏ ਉੱਥੇ ਰੱਬ ਰਹਿ ਨਹੀਂ ਸਕਦਾ। ਜਬ ਹਮ ਹੋਤੇ ਤਬ ਤੂੰ ਨਾਹੀ। ਇਸ ਲਈ ਮੰਗਣਾ ਮਹਾਰਾਜ ਸੋ ਮੈਂ ਵਿਸਰ ਨਾ ਜਾਈ, ਕਿਉਂਕਿ ਉਹ ਵਿਸਰ ਗਿਆ ਤਾਂ ਉਹਦਾ ਕਾਰਨ ਹਉਮੈ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕਠਾਏ। ਇਸ ਲਈ ਪਾਤਸ਼ਾਹ ਨੇ ਕਿਹਾ ਗੁਰੂ ਦੇ ਕੋਲੋਂ ਮੱਤ ਲੈ। ਭਾਈ ਗੁਰੂ ਦੀ ਅਕਲ ਨਾਲ ਹੀ ਸੇਵਾ ਹੋ ਸਕਦੀ ਹੈ। ਜੇ ਗੁਰੂ ਦੀ ਅਕਲ, ਗੁਰੂ ਵਾਲੀ ਮੱਤ ਨਾ ਤੂੰ ਗ੍ਰਹਿਣ ਕੀਤੀ, ਤੇਰੀ ਕੀਤੀ ਹੋਈ ਸੇਵਾ ਵਿਅਰਥ ਜਾਏਗੀ। ਮਹਾਰਾਜ ਗੁਰੂ ਦੀ ਮੱਤ ਕੀ ਹੈ? ਫਿਰ ਪਾਤਸ਼ਾਹ ਰੋਜ਼ ਬਖਸ਼ਿਸ਼ ਕਰਦੇ। ਜਦੋਂ ਤੁਸੀਂ ਰਹਿਰਾਸ ਦਾ ਪਾਠ ਕਰੋਗੇ ਉਹਦੇ ਵਿੱਚ ਵੇਖੋ, ਸਿੱਖ ਨੂੰ ਇਹ ਵੀ ਉਪਦੇਸ਼ ਹੈ, ਭਾਈ ਤੂੰ ਜਤੀ ਸਤੀ ਵੀ ਰਹਿਣਾ, ਆਚਰਣ ਉੱਚਾ ਰੱਖਣਾ, ਕਰੈਕਟਰ ਗਿਰਨਾ ਨਹੀਂ ਚਾਹੀਦਾ ਤੇਰਾ ਆਚਰਣ ਵੀ ਉੱਚਾ ਹੋਵੇ, ਤੂੰ ਜਤੀ ਸਤੀ ਵੀ ਹੋਵੇਂ, ਤੂੰ ਪਾਠ ਵੀ ਪੜ੍ਹੇ, ਤੂੰ ਬਾਣੀ ਵੀ ਪੜ੍ਹੇ, ਤੂੰ ਸੇਵਾ ਵੀ ਕਰੇ, ਪਰ ਤੇਰੀ ਰੋਜ਼ ਅਰਦਾਸ ਪਤਾ ਕੀ ਹੋਵੇ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ। ਪੜੋ, ਨਾ ਹੋ ਜਤੀ ਸਤੀ ਨਹੀਂ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਜਿਨ ਤੂੰ ਨਾਹੀ। ਹੇ ਸਤਿਗੁਰੂ, ਉਹਨਾਂ ਦੀ ਸ਼ਰਨ ਦਿਓ ਜਿਨ੍ਹਾਂ ਨੂੰ ਤੁਸੀਂ ਭੁੱਲਦੇ ਨਹੀਂ, ਉਹਨਾਂ ਦੀ ਸੰਗਤ ਦਿਓ। ਕਿਉਂ? ਸੰਗਤ ਵਿੱਚੋਂ ਉਹ ਰੰਗ ਚੜ੍ਹਨਾ। ਫਿਰ ਜਪ ਤਪ ਸੰਜਮ ਸੇਵਾ ਸਭ ਕੁਝ ਕਰਨਾ, ਪਰ ਸਭ ਕੁਝ ਕਰਕੇ ਵੀ ਸਿੱਖ ਨੇ ਕਹਿਣਾ, ਇਹ ਗੁਰੂ ਦੀ ਮੱਤ ਹੈ। ਕੀ ਕਹਿਣਾ? ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਜਪ ਤਪ ਸੰਜਮ
सेवा साधन जान्या हर राया, कहो नानक हम नीच करम्मा, शरण परे की। ਇਹ ਹੈ ਗੁਰੂ ਦੀ ਮੱਤ। ਸਭ ਕੁਝ ਸੇਵਾ ਸਿਮਰਨ ਕਰਨ ਤੋਂ ਬਾਅਦ ਇਹ ਕਹਿਣਾ ਮੈਂ ਨਹੀਂ ਕੁਝ ਵੀ ਕੀਤਾ। ਹੇ ਵਾਹਿਗੁਰੂ ਤੁਸੀਂ ਕਿਰਪਾ ਕਰ ਰਹੇ ਹੋ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਇਹ ਹੈ ਗੁਰੂ ਦੀ ਮੱਤ। ਜਦੋਂ ਮਨ ਦੇ ਅੰਦਰ ਮਾਣ ਆ ਗਿਆ, ਕੀਤੇ ਹੋਏ ਕਰਮ ਵਿਅਰਥ। ਇਸ ਲਈ ਪਾਤਸ਼ਾਹ ਨੇ ਕਿਹਾ ਭਾਈ ਗੁਰੂ ਦੀ ਮੱਤ ਸਿੱਖ। ਗੁਰੂ ਕੋਲੋਂ ਮੱਤ ਲੈ ਕੇ ਤੂੰ ਸੇਵਾ ਕਰ ਸਕਦਾ, ਗੁਰੂ ਕੋਲੋਂ ਮੱਤ ਲੈ ਕੇ ਤੂੰ ਸਿਮਰਨ ਕਰ ਸਕਦਾ, ਗੁਰੂ ਕੋਲੋਂ ਮੱਤ ਲੈ ਕੇ ਜਦੋਂ ਤੂੰ ਧਰਮ ਦਾ ਕਰਮ ਕਰੇਗਾ ਉਹ ਕਰਮ ਤੇਰਾ ਰੱਬ ਦੀ ਦਰਗਾਹ ਤੱਕ ਵੀ ਕੰਮ ਆਏਗਾ। ਔਰ ਇੱਥੋਂ ਤੱਕ ਸਾਧ ਸੰਗਤ ਉਹ ਬਰਕਤ ਇੰਨੀ ਜਮ੍ਹਾਂ ਹੋ ਜਾਂਦੀ ਹੈ, ਜਿਉਂਦੇ ਸਰੀਰ ਦੇ ਨਾਲ ਵੀ ਰਹਿੰਦੀ ਹੈ, ਸਰੀਰ ਮਰਨ ਤੋਂ ਬਾਅਦ ਵੀ ਉਹ ਬਰਕਤ ਜਮ੍ਹਾਂ ਹੋ ਜਾਂਦੀ। ਨਹੀਂ ਤਾਂ ਜੇ ਮਾਣ ਹੰਕਾਰ ਵਿੱਚ ਕਰੋ ਤਾਂ ਜਿਉਂਦਿਆਂ ਦੀ ਖਤਮ ਹੋ ਜਾਂਦਾ। ਜਿਨ੍ਹਾਂ ਬੰਦਿਆਂ ਦੇ ਕੋਲ ਬਾਹਰੀ ਤੌਰ ਤੇ ਸਰੀਰ ਕਰਕੇ ਧਰਮ ਦੇ ਕਰਮ ਕਰਕੇ ਜਿਨੀ ਮਾਣ ਕਰ ਲਿਆ, ਹੰਕਾਰ ਕਰ ਲਿਆ, ਦੁਨੀਆ ਦੀ ਵਡਿਆਈ ਲੈਣ ਲੱਗ ਪਏ, ਉਹ ਵਡਿਆਈਆਂ ਨੇ ਉਹ ਬੰਦੇ ਗਾਲ ਕੇ ਰੱਖ ਦਿੱਤੇ। ਸਾਧ ਸੰਗਤ ਵੱਡੇ ਵੱਡੇ ਬੰਦੇ ਵਡਿਆਈ ਨੇ ਗਾਲ ਦਿੱਤੇ। ਜਦੋਂ ਦੁਨੀਆ ਦੀ ਵਡਿਆਈ ਲਈ, ਵਾਹ ਲਈ, ਲੋਕ ਮੱਥੇ ਟੇਕਣ ਲੱਗ ਪਏ, ਲੋਕ ਨਮਸਕਾਰਾਂ ਕਰਨ ਲੱਗ ਪਏ, ਉਹਨਾਂ ਨੂੰ ਵੀ ਭੁਲੇਖਾ ਪੈ ਗਿਆ ਵੀ ਅਸੀਂ ਵੀ ਕਿਤੇ ਪਹੁੰਚ ਗਏ, ਬਈ ਅਸੀਂ ਵੀ ਕੁਝ ਬਣ ਗਏ। ਜਿਨ੍ਹਾਂ ਬੰਦਿਆਂ ਨੂੰ 1.5 ਲੱਖ ਲੋਕ ਲੈਣ ਲੱਗ ਕੇ ਮੱਥਾ ਟੇਕਦੇ ਸੀ, 1.5 ਲੱਖ ਲੋਕ ਮੈਂ ਮੱਥਾ ਟੇਕਦੇ ਵੇਖੇ। 3 ਸਟੇਟਾਂ ਦੇ ਭੰਡਾਰੇ ਹੁੰਦੇ ਸੀ, 1.5 ਲੱਖ ਲੋਕਾਂ ਦੀ ਲਾਈਨ ਲੰਗੀ ਹੁੰਦੀ ਸੀ। ਸਵੇਰੇ 6 ਵਜੇ ਬਹਿ ਜਾਣਾ, ਰਾਤ ਦੇ 6 ਵਜੇ ਤੱਕ ਉਹ ਸੋਨੇ ਦੀ ਕੁਰਸੀ ਤੇ ਬਾਬਾ ਬਹਿੰਦਾ ਸੀ, ਉਹਨੂੰ ਲੋਕ ਮੱਥੇ ਟੇਕਦੇ ਸੀ। ਮਾਫ ਕਰਿਓ, ਜਿਉਂਦਿਆਂ ਜੀ ਵਡਿਆਈਆਂ ਖਤਮ ਹੋ ਗਈਆਂ। ਅੱਜ ਉਹ ਬਾਬਾ ਜੇਲ੍ਹ ਵਿੱਚ PR ਹੋ ਗਿਆ। PR ਸਮਝਦੇ ਹੋ ਵੀ ਪੱਕਾ ਹੀ ਜੇਲ੍ਹ ਵਾਲਿਆਂ ਨੇ ਉਹਨੂੰ ਰੱਖ ਲਿਆ। ਕਿਉਂ? ਕਰਮ ਇਦਾਂ ਦੇ ਹੋ ਗਏ ਭਾਈ। ਇਹ ਕਰਮ ਕਿਉਂ ਹੁੰਦੇ? ਜਦੋਂ ਮਾਣ ਅੰਦਰ ਹੰਕਾਰ ਆ ਜਾਏ, ਜਦੋਂ ਹਉਮੈ ਅੰਦਰ ਆ ਜਾਏ। ਗੁਰੂ ਦੀ ਮੱਤ ਜਿਹੜੀ ਹੈ ਉਹ ਹਮੇਸ਼ਾ ਸਾਧੂ ਦਾ ਮਨ ਨੀਵਾਂ ਰੱਖਦੀ ਹੈ। ਔਰ ਜਿਹੜੇ ਨਿਮਰਤਾ ਵਿੱਚ, ਨਿਰਮਾਣਤਾ ਵਿੱਚ ਚਲੇ ਗਏ, ਉਹ ਸਰੀਰ ਕਰਕੇ ਵੀ ਪੂਜੇ ਗਏ। ਜਿੱਦਣ ਸਰੀਰ ਕਰਕੇ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਵਡਿਆਈ ਬਾਅਦ ਵਿੱਚ ਵੀ ਦੁਨੀਆ ਕਰਦੀ ਰਹੀ, ਸਦੀਆਂ ਤੱਕ ਵਡਿਆਈ ਹੁੰਦੀ ਰਹੀ। ਕਿਉਂ? ਉਹ ਵਡਿਆਈ ਦੁਨੀਆ ਦੀ ਲੈ ਕੇ ਕੋਲ ਨਹੀਂ ਰੱਖੀ, ਉਹਨੀ ਵਡਿਆਈ ਗੁਰੂ ਨਾਨਕ ਨੂੰ ਜਮ੍ਹਾਂ ਕਰਾ ਦਿੱਤੀ। ਜਿੰਨੀ ਵਡਿਆਈ ਮਿਲੀ ਨਾਲ ਦੀ ਨਾਲ ਗੁਰੂ ਨੂੰ ਜਮ੍ਹਾਂ ਕਰਾਉਣ ਲੱਗ ਪਏ। ਆਪਣੇ ਕੋਲ ਨਹੀਂ ਵਡਿਆਈ ਰੱਖੀ, ਉਹ ਦੁਨੀਆ ਦੀਆਂ ਵਡਿਆਈਆਂ ਤੋਂ ਬਚ ਗਏ, ਕਿਉਂਕਿ ਪਾਤਸ਼ਾਹ ਨੇ ਮੱਤ ਦਿੱਤੀ ਸੀ। ਇਹ ਗੁਰੂ ਦੀ ਮੱਤ ਹੈ ਕਿ ਦੁਨੀਆ ਕੀਆਂ ਵਡਿਆਈਆਂ ਮਹਾਰਾਜ ਲੈਣੀਆਂ ਨਹੀਂ ਚਾਹੀਦੀਆਂ। ਕਹਿੰਦੇ ਸਾੜ ਦੇ ਬਚ ਜਾ। ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਨੀ ਜਲੇ ਨਾਮ ਵਿਸਾਰਿਆ। ਇਨੀ ਜਲ ਜਾਣੀਆਂ ਨੇ, ਤੈਨੂੰ ਨਾਮ ਨਹੀਂ ਜਪਣ ਦੇਣਾ। ਕਿਉਂਕਿ ਜਦੋਂ ਵਡਿਆਈ ਲੈਣ ਲੱਗ ਪੈ ਨਾ, ਤੇ ਜੇ ਕਿਸੇ ਦਿਨ ਵਡਿਆਈ ਨਾ ਹੋਈ, ਉਦਣ ਨਾਮ ਵਿੱਚ ਮਨ ਨਹੀਂ ਲੱਗਣਾ, ਉਦਣ ਸੇਵਾ ਵਿੱਚ ਮਨ ਨਹੀਂ ਲੱਗਣਾ। ਉਦਣ ਸੇਵਾ ਕਰਨੀ ਤੁਸੀਂ ਛੱਡ ਸਕਦੇ ਹੋ ਜਿੱਦਣ ਵਡਿਆਈ ਮਿਲਣੀ ਬੰਦ ਹੋ ਜਾਏ। ਇਸ ਲਈ ਵਡਿਆਈ ਬਹੁਤ ਖਤਰਨਾਕ ਹੈ। ਮੈਨੂੰ ਐਸੇ ਲੋਕ ਮਿਲੇ ਸਾਧ ਸੰਗਤ ਜਿਹੜੇ ਕਈ ਸਾਲ ਕੈਂਪ ਲਾਉਂਦੇ ਰਹੇ, ਸਮਾਗਮ ਕਰਾਉਂਦੇ ਰਹੇ। ਹੁਣ ਉਹਨਾਂ ਨੂੰ ਪੁੱਛਿਆ ਭਾਈ ਤੁਸੀਂ ਉਹ ਕੈਂਪ ਲਾਉਣੇ ਬੰਦ ਕਰਦੇ? ਉਹ ਕਹਿੰਦੇ ਛੱਡੋ ਜੀ ਭਾਈ ਸਾਹਿਬ, ਲੋਕ ਕਦਰੇ ਨਹੀਂ ਕਰਦੇ। ਇਹਦਾ ਮਤਲਬ ਦੁਨੀਆ ਵਡਿਆਈ ਨਾ ਕਰੇ ਤਾਂ ਧਰਮ ਦਾ ਕਰਮ ਛੱਡ ਦਿੰਦੇ ਨੇ। ਪਰ ਸਾਧੂ ਕਿਹਨੂੰ ਕਹਿੰਦੇ ਨੇ? ਜਿਹਦੀ ਕੋਈ ਵਡਿਆਈ ਕਰੇ ਭਾਵੇਂ ਨਾ ਕਰੇ, ਉਹ ਆਪਣਾ ਰਸਤਾ ਨਹੀਂ ਬਦਲਦਾ, ਉਹ ਆਪਣਾ ਟੀਚਾ ਨਹੀਂ ਬਦਲਦਾ, ਉਹਦਾ ਏਮ, ਉਹਦਾ ਨੇਮ ਕਦੇ ਖਤਮ ਨਹੀਂ ਹੁੰਦਾ। ਦੁਨੀਆ ਭਾਵੇਂ ਉਹਦੀ ਨਿੰਦਿਆ ਵੀ ਕਰਨ ਲੱਗ ਜਾਏ, ਉਹ ਆਪਣਾ ਮਾਰਗ ਨਹੀਂ ਕਦੇ ਛੱਡਦਾ। ਉਹਨੂੰ ਸੰਤ ਕਹਿੰਦੇ, ਉਹਨੂੰ ਹਰੀ ਦਾ ਜਨ ਕਹਿੰਦੇ। ਕਈ ਵਾਰ ਪਾਤਸ਼ਾਹ ਦਾ ਤੁਸੀਂ ਮੁੱਖ ਵਾਕ ਹੁਕਮਨਾਮਾ ਸੁਣੋਗੇ, ਉਹਦੇ ਵਿੱਚ ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ। ਜਿਨ੍ਹਾਂ ਦੀ ਯਾਦ ਮਨਾਉਣ ਲਈ ਬੈਠੇ ਹੋ ਤਾਂ ਆਪਾਂ ਬੈਠੇ ਯਾਦ ਮਨਾਉਣ ਲਈ, ਕਿਉਂਕਿ ਉਹ ਟੀਚੇ ਤੋਂ ਪਾਸੇ ਗਏ ਨਹੀਂ। ਉਹਨੇ ਆਪਣਾ ਇੱਕ ਟੀਚਾ ਮਿੱਥ ਲਿਆ, ਭਾਵੇਂ ਕੋਈ ਉਹਨਾਂ ਨੂੰ ਬੁਰਾ ਕਹੇ ਭਾਵੇਂ ਭਲਾ ਕਵੇ, ਉਹਨੇ ਗੁਰੂ ਦੀ ਮੱਤ ਲੈ ਕੇ ਉਹ ਮਾਰਗ ਤੇ ਤੁਰ ਪਿਆ। ਤਾਂ ਪਾਤਸ਼ਾਹ ਨੇ ਕਿਹਾ ਹਰ ਜਨ ਰਾਮ ਨਾਮ ਗੁਣ ਗਾਵੇ। ਜਿਨ੍ਹਾਂ ਨੂੰ ਬਾਣੀ ਯਾਦ ਨਾਲ ਪੜ੍ਹਿਓ ਤੁਹਾਡੀ ਹਾਜ਼ਰੀ ਲੱਗੇਗੀ। ਹਰ ਜਨ ਰਾਮ ਨਾਮ ਗੁਣ
ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕੋਈ ਨਿੰਦਿਆ ਵੀ ਕਰੇ ਉਹ ਆਪਣਾ ਰਸਤਾ ਨਹੀਂ ਬਦਲਦੇ, ਉਹ ਉਸ ਰਸਤੇ ਤੇ ਤੁਰਦੇ ਰਹਿੰਦੇ ਨੇ। ਕਿਉਂ? ਉਹਨਾਂ ਨੂੰ ਲੋਕਾਂ ਦੀ ਵਾਹ ਵਾਹ ਦੀ ਲੋੜ ਨਹੀਂ ਪੈਂਦੀ। ਇਹ ਸੱਚਾਈ ਉਹਨਾਂ ਨੂੰ ਪਤਾ ਹੈ। ਜਦੋਂ ਗੁਰੂ ਦੀ ਮੱਤ ਲੈ ਕੇ ਕੀਤੀ ਹੋਈ ਸੇਵਾ ਦੀ ਵਡਿਆਈ ਜਮ੍ਹਾਂ ਹੋ ਗਈ, ਉਹ ਵਡਿਆਈ ਸਦੀਆਂ ਤੱਕ ਰਹਿਣੀ ਹੈ। ਉਹ ਸਰੀਰ ਮਰਨ ਤੋਂ ਬਾਅਦ ਵੀ ਵਡਿਆਈ ਰਹਿਣੀ। ਥੋੜੇ ਦਿਨ ਪਹਿਲੇ ਮੈਂ ਲਾਈਵ ਤੋਂ ਇਹ ਬੇਨਤੀ ਕਹੀ, ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ, ਆਜ਼ਾਦ ਭਾਰਤ ਵਸਿਆ, ਪਹਿਲੀ ਸੰਸਦ ਲੱਗੀ, ਤਾਂ ਕਹਿੰਦੇ ਮਤਾ ਪਾਸ ਹੋਇਆ ਵੀ ਸਭ ਤੋਂ ਪਹਿਲਾਂ ਯੂਨੀਵਰਸਿਟੀ ਜਿਹੜੀ ਹੈ ਉਹ ਆਜ਼ਾਦ ਭਾਰਤ ਵਿੱਚ ਕਿੱਥੇ ਬਣਨੀ ਚਾਹੀਦੀ। ਤਾਂ ਵਿੱਦਿਆ ਦੀ ਸਭ ਤੋਂ ਵੱਡੀ ਐਜੂਕੇਸ਼ਨ ਦੀ ਯੂਨੀਵਰਸਿਟੀ ਜਿਹੜੀ ਸੀ, ਉਹਨਾਂ ਨੇ ਕਿਹਾ ਧਾਰਮਿਕ ਸ਼ਹਿਰ ਹੈ ਵਾਰਾਣਸੀ, ਬਨਾਰਸ ਵਿੱਚ ਬਣਾਉਣੀ ਚਾਹੀਦੀ। ਕਿਉਂ? ਬਨਾਰਸ ਸ਼ੁਰੂ ਤੋਂ ਪੰਡਤਾਂ ਦਾ ਸ਼ਹਿਰ ਰਿਹਾ, ਵਿਦਵਾਨਾਂ ਦਾ ਸ਼ਹਿਰ ਰਿਹਾ। ਉੱਥੇ ਲੋਕ ਕੰਛੀ ਵਿੱਦਿਆ ਪੜ੍ਹਨ ਜਾਂਦੇ ਰਹੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਈ ਸਿੱਖ ਬਨਾਰਸ ਘੱਲੇ, ਜਾਓ ਭਾਈ ਉੱਥੋਂ ਵਿੱਦਿਆ ਪੜ੍ਹ ਕੇ ਆਓ। ਸੋ ਭਾਰਤ ਦੇ ਅੰਦਰ ਸਭ ਤੋਂ ਵੱਡਾ ਵਿੱਦਿਅਕ ਕੇਂਦਰ ਰਿਹਾ। ਇਸ ਲਈ ਆਜ਼ਾਦ ਭਾਰਤ ਦਾ ਫੈਸਲਾ ਸੰਸਦ ਵਿੱਚ ਹੋਇਆ, ਪਹਿਲੀ ਯੂਨੀਵਰਸਿਟੀ ਜਿਹੜੀ ਹੈ ਉਹ ਬਨਾਰਸ ਵਿੱਚ ਬਣੇਗੀ ਤੇ ਉਹਦਾ ਨਾਮ ਜਿਹੜਾ ਹਿੰਦੂ ਯੂਨੀਵਰਸਿਟੀ ਰੱਖਿਆ ਜਾਏਗਾ। ਜਦੋਂ ਹਿੰਦੁਸਤਾਨ ਆਜ਼ਾਦ ਹੋਇਆ, ਕਹਿੰਦੇ ਫਿਰ ਉਸ ਵਕਤ ਮਦਨ ਮੋਹਨ ਮਾਲਵੀਆ ਮਿਨਿਸਟਰ ਰਹੇ ਨੇ। ਉਹ ਹੋਮ ਮਿਨਿਸਟਰ ਤੋਂ ਪੁੱਛਿਆ ਗਿਆ ਵੀ ਇਹ, ਉਹਨੇ ਕਿਹਾ ਜੀ ਯੂਨੀਵਰਸਿਟੀ ਬਨਾਰਸ ਵਿੱਚ ਬਣੇਗੀ, ਮਤਾ ਪਾਸ ਹੈ। ਇਹ ਯੂਨੀਵਰਸਿਟੀ ਦਾ ਨਾਮ ਹਿੰਦੂ ਯੂਨੀਵਰਸਿਟੀ ਹੋਏਗੀ, ਇਹ ਵੀ ਠੀਕ ਹੈ, ਪਰ ਯੂਨੀਵਰਸਿਟੀ ਦਾ ਨੀਂਹ ਪੱਥਰ ਜਿਹੜਾ ਉਹ ਮੇਰੀ ਸਲਾਹ ਇਹ ਹੈ ਵੀ ਕਿਸੇ ਭਗਤੀ ਵਾਲੇ ਸੰਤ ਕੋਲੋਂ ਰਖਵਾਉਣਾ ਚਾਹੀਦਾ। ਕਿਉਂਕਿ ਹਿੰਦੁਸਤਾਨ ਨੂੰ ਕੱਲੀ ਵਿੱਦਿਆ ਦੀ ਲੋੜ ਨਹੀਂ ਹੈ, ਹਿੰਦੁਸਤਾਨ ਨੂੰ ਧਰਮ ਧਾਰਨ ਕਰਨ ਵਾਲੀ ਵਿੱਦਿਆ ਚਾਹੀਦੀ ਹੈ। ਅਸੀਂ ਇਕੱਲੇ ਇੰਜੀਨੀਅਰ ਨਹੀਂ ਬਣਾਉਣੇ, ਅਸੀਂ ਲੋਕਾਂ ਦਾ ਭਲਾ ਕਰਨ ਵਾਲੇ ਪਰਉਪਕਾਰੀ ਇੰਜੀਨੀਅਰ ਬਣਾਉਣੇ ਨੇ। ਖਾਲੀ ਇੰਜੀਨੀਅਰ ਨਾ ਰਹਿਣ, ਕਿਉਂਕਿ ਇੰਜੀਨੀਅਰ ਖਾਲੀ ਬਣ ਗਿਆ ਉਹ ਟੰਨਾਂ ਦੇ ਟੰਨ ਲੋਹਾ ਬਜਰੀ ਸੀਮੈਂਟ ਖਾ ਜਾਂਦੇ ਨੇ। ਪੁਲਾਂ ਵਿੱਚ ਕੁਝ ਹੋਰ ਲਿਖਿਆ, ਬਣਦਾ ਕੁਝ ਹੋਰ ਹੈ। ਧਰਮ ਤੋਂ ਬਗੈਰ ਜਿਹੜੀ ਵਿੱਦਿਆ ਉਹ ਬਹੁਤ ਖਤਰਨਾਕ ਹੋ ਸਕਦੀ। ਜਿਹਦੇ ਅੰਦਰ ਧਰਮ ਦਾ, ਰੱਬ ਦਾ ਭੈ ਨਾ ਹੋਵੇ, ਉਹ ਵਿੱਦਿਆ ਕਿਸੇ ਦੇਸ਼ ਵਾਸਤੇ ਵੀ ਘਾਤਕ ਹੋ ਸਕਦੀ। ਕਿਉਂ? ਉੱਥੋਂ ਦੇ ਲੋਕ ਦੇਸ਼ ਨੂੰ ਵੇਚ ਜਾਂਦੇ ਨੇ, ਖਾ ਜਾਂਦੇ ਨੇ। ਇੱਕ ਗੱਲ ਬੜੀ ਮਕਬੂਲ ਹੋਈ, ਉਹ ਕਹਿੰਦੇ ਕਿਸੇ ਜਗ੍ਹਾ ਉੱਤੇ ਨਵਾਂ ਅਫਸਰ ਆ ਗਿਆ PWD ਦਾ। ਉਹਨੇ ਉਹ ਇਲਾਕਾ ਚੈੱਕ ਕੀਤਾ, ਉਹਨੇ 4 ਬੰਦਿਆਂ ਦੀ ਡਿਊਟੀ ਲਾਈ ਵੇ। ਇਸ ਰੋਡ ਉੱਤੇ ਜਿਹੜਾ ਇਹ 55 ਕਿਲੋਮੀਟਰ ਦਾ ਰੋਡ ਹੈ, ਇਹਦੇ ਉੱਤੇ 5 ਪੁਲੀਆਂ ਨੇ, ਸਪੇਨ ਨੰਬਰ 1, ਸਪੇਨ ਨੰਬਰ 2423-2, ਉਹਦੇ ਨਾਮ ਲਿਖ ਕੇ ਦੇ ਤੇ ਵੀ ਇਹਨਾਂ ਨੂੰ ਰੰਗ ਹੋਣਾ ਚਾਹੀਦਾ, ਉਹ ਖਰਾਬ ਹੋਈਆਂ ਨੇ, ਰਿਪੇਅਰ ਕਰਾਓ। ਹੁਣ ਜਿੱਥੋਂ ਕਿਤੋਂ ਸੀਮੈਂਟ ਲਿਆ, ਉਹ ਸੀਮੈਂਟ ਲਾ ਕੇ ਉਹਨੂੰ ਰਿਪੇਅਰ ਕਰਾ ਕੇ ਚੰਗੀ ਤਰ੍ਹਾਂ ਉਹਨੂੰ ਰੰਗ ਕਰਕੇ ਸਹੀ ਹੋਣਾ ਚਾਹੀਦਾ। ਤਾਂ ਉਹ ਕਹਿੰਦੇ ਨਵਾਂ ਅਫਸਰ ਆਇਆ ਸੀ, ਉਹਦੀ ਸਖਤੀ ਕਰਕੇ ਸਾਰਾ ਡਿਪਾਰਟਮੈਂਟ ਚੇਂਜ ਹੋ ਗਿਆ। ਉਹ ਜਿਹੜੇ ਰਿਪੇਅਰ ਕਰਨ ਵਾਲੇ, ਉਹਨੇ 1 ਹਫ਼ਤੇ ਬਾਅਦ ਰਿਪੋਰਟ ਦਿੱਤੀ। ਉਹ ਕਹਿੰਦੇ ਜੀ ਇਹ 55 ਕਿਲੋਮੀਟਰ ਏਰੀਏ ਵਿੱਚ 7 ਸਪੇਨ ਪੁਲੀਆਂ ਬਣੀਆਂ ਹੋਈਆਂ ਨੇ, ਪਰ ਜੀ ਉਹ ਕਾਗਜ਼ਾਂ ਵਿੱਚ 7 ਹੈ। ਜਦੋਂ ਅਸੀਂ ਰਿਪੇਅਰ ਤੇ ਰੰਗ ਕਰਨ ਗਏ ਉੱਥੇ ਤਾਂ ਪੁਲੀਆਂ 3 ਨੇ, 4 ਪੁਲੀਆਂ ਤਾਂ ਬਣੀਆਂ ਨਹੀਂ ਹੋਈਆਂ। ਦੱਸੋ ਜੀ ਉਹਨੂੰ ਰੰਗ ਕਿੱਥੋਂ ਕਰੀਏ, ਉਹਦੀ ਰਿਪੇਅਰ ਕਿਵੇਂ ਕਰੀਏ? ਕਾਗਜ਼ਾਂ ਵਿੱਚ ਤਿਆਰ ਨੇ ਪਰ ਉਂਝ ਉਹ ਬਣੀਆਂ ਨਹੀਂ। ਤੇ ਜਿਹੜਾ ਥੱਲੇ ਵਾਲਾ ਅਫਸਰ ਸੀ ਉਹਨੇ ਕਿਹਾ ਕਿਤੇ ਉੱਪਰ ਵਾਲਾ ਇਮਾਨਦਾਰ ਅਫਸਰ ਨਵਾਂ ਆਇਆ ਹੈ, ਉਹ ਐਵੇਂ ਝਿੜਕਾਂ ਮਾਰੇਗਾ ਜੀ ਪੁਲੀਆਂ ਪਹਿਲਾਂ ਬਣੀਆਂ ਨੇ, ਇਹਦਾ ਮਤਲਬ ਪਿਛਲੇ ਕਈ ਸਾਲਾਂ ਤੋਂ ਉਹਦੀ ਰਿਪੇਅਰ ਵੀ ਹੋ ਰਹੀ ਹੈ, ਉਹਨੂੰ ਰੰਗ ਵੀ ਹੋ ਰਿਹਾ, ਕਈ ਵਾਰ ਤੋਂ ਦੀ ਰਿਪੇਅਰ ਕਾਗਜ਼ਾਂ ਵਿੱਚ ਪਾਈ ਹੈ। ਤਾਂ ਕਹਿੰਦੇ ਉਹਨੇ ਫਿਰ ਉਹ ਥੱਲੇ ਵਾਲੇ ਛੋਟੇ ਜਿਹੜੇ ਵਰਕਰ ਸੀ ਉਹਨਾਂ ਨੂੰ ਕਿਹਾ ਵੀ ਕਾਗਜ਼ਾਂ ਵਿੱਚ ਹੀ ਲਿਖ ਦਿਓ, ਜੇ ਉਹ ਸੀਮੈਂਟ ਬਜਰੀ ਰੇਤਾ ਕੋਈ ਝਾਲ ਪੁਰੀਆਂ ਦਾ ਪੁਲੀਆਂ ਦਾ ਖਾ ਸਕਦਾ, ਤੁਹਾਡੇ ਕੋਲੋਂ ਆ ਥੋੜਾ ਜਿਹਾ ਰੰਗ ਨਹੀਂ ਖਾਧਾ ਜਾਂਦਾ, ਕਾਗਜ਼ਾਂ 'ਚ ਉਹ ਵੀ ਲਿਖ ਦਿਓ ਰੰਗ ਵੀ ਹੋ ਗਿਆ। ਉਹ ਤਾਂ ਵੱਡੇ ਅਫਸਰ ਨੇ ਕਾਗਜ਼ ਚੈੱਕ ਕੀਤੇ, ਫਿਰ ਪਤਾ ਲੱਗਾ। ਕਹਿਣ ਤੋਂ ਭਾਵ ਇਹ ਹੈ ਵੀ ਜਿਸ ਦੇਸ਼ ਵਿੱਚ ਲੋਕ ਬੇਈਮਾਨ ਪੜ੍ਹੇ ਲਿਖੇ ਪੈਦਾ ਹੋ ਜਾਣ, ਉਸ ਦੇਸ਼ ਵਿੱਚ ਪੁਲੀਆਂ ਬਣਦੀਆਂ ਨਹੀਂ, ਕਾਗਜ਼ਾਂ ਵਿੱਚ ਹੀ ਬਣ ਜਾਂਦੀਆਂ ਨੇ, ਲੋਕ ਖਾ ਜਾਂਦੇ ਨੇ। ਇਸ ਲਈ ਵਿੱਦਿਆ ਧਰਮ ਨਾਲ ਹੋਣਾ ਚਾਹੀਦਾ ਹੈ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਉਹ ਵਿੱਦਿਆ ਪੜ੍ਹੀ ਹੋਈ ਉਦੋਂ ਕੰਮ ਆਉਂਦੀ ਹੈ ਜੇ ਪਰਉਪਕਾਰ ਹੈ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਪਰਉਪਕਾਰ ਹੈ ਫਿਰ ਤਾਂ ਵਿੱਦਿਆ ਵਿਚਾਰੀ ਗਈ ਹੈ, ਪੜ੍ਹੀ ਗਈ ਹੈ। ਜੇ ਪਰਉਪਕਾਰ ਨਹੀਂ ਫਿਰ ਵਿੱਦਿਆ ਕੋਈ ਨਹੀਂ ਪੜ੍ਹੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦਾ ਉਪਦੇਸ਼ ਹੈ। ਕਹਿੰਦੇ ਜਦੋਂ ਫਿਰ ਉਹ ਮਦਨ ਮੋਹਨ ਮਾਲਵੀਆ ਨੇ ਕਿਹਾ ਕਿਸੇ ਸੰਤ ਕੋਲੋਂ ਨਹੀਂ ਰਖਵਾਉਣੀ। ਕਿਉਂ? ਉਸ ਯੂਨੀਵਰਸਿਟੀ ਚੋਂ ਡਾਕਟਰ ਬਣ ਕੇ ਨਿਕਲਣ, ਇੰਜੀਨੀਅਰ ਬਣ ਕੇ ਨਿਕਲਣ, ਪਰ ਧਰਮ ਨਾਲ ਜੁੜੇ ਰਹਿਣ।
मैं किसी धार्मिक साधु संत कोलों नहीं पत्थर रखवाने, तो कहते फिर पंडित जवाहर लाल नेहरू ने कहा तुहाडी नज़र में कोई संत है इदां दा बंदगी वाला, जिहड़ा बहुत बंदगी वाला होवे, जिहदे हत्थां विच बरकत होवे, कदमां विच क्रांति होवे, जुबान विच जीभा उत्ते करामात होवे, कि बहुत बड़ी माण दी गल है। पंडित मदन मोहन मालवीया ने पहली संसद में कहा सी, कहना जी है इदां दा संत जिहदे हत्थां विच बहुत बड़ी बरकत है, कदमां विच क्रांति है, जिहदे बोलां विच करामात है, वो संत बाणी नूं मन्नण वाला एक सिख संत है, श्रीमान संत बाबा अतर सिंह जी। साध संगत अज भी वो जिहड़ा यूनीवर्सिटी बनारस बनी है, तुसीं वेख सकदे हो, ਉਹਦੇ ਮੇਨ गेट उत्ते जिहड़ा नींह पत्थर का बोर्ड है, अज भी संत बाबा अतर सिंह जी का नाम लिखिਆ, उन्होंने के हथों वो नींह रखवाई गई। साध संगत ये गुरु नानक साहब का वो घर है जिथे वड्डे वड्डे तपस्वी साधु होए। वो वड्याई क्यों रहिंदी है? क्योंकि ऐसे संत माण नहीं करते। जदों पंडित मदन मोहन मालवीया संगरूर स्टेशन ते उतर के नंगे पैरी चल के स्थान ते आया, उदों हथ जोड़ के महापुरुष खलोते सन। उन्होंने कहा जी फैसला होया संसद में तुहाडे कोलों नहीं रखाउणी है। साधु की निमरता वेखो, मत हुंदी होए इहाना, तान हुंदे होए निताना, अण हुंदे आप वंडाए, को ऐसा भगत सदाए। कहने भाई जिथों बच्चों ने पढ़ के इंजीनियर डॉक्टर बनना है, असीं क्यों नहीं रखांगे? साडी कदी औकात है? नींह तां गुरु नानक साहब रखणगे, आप चल के गए। सो साधु दे कोल निमरता है। गुरमत ये है जिथे तुसी सेवा भी करनी है, बंदगी भी करनी, दान पुन भी करना, पर महान नहीं होना चाहिए। जदों महान आया किते हुए कर्म व्यर्थ चले जाते। इसलिए समागम कोई भी होवे उहदा नाम गुरमत रखा जाता है। जिथे गुरमत समागम, गुरु की मत आपां ग्रहण करनी है। बाहरली अकैडमिक एजुकेशन भी सीखनी है, पर उहदे नाल नाल गुरु की मत होनी चाहिए। जिदन कोई गुरमत पढ़ के डॉक्टर बनता है, उदन साध संगत तो दूजे लोगों का भला करता है, परोपकार करता है। जिदन गुरमत तो खली कोई डॉक्टर बनता है, वो फिर 20 पढ़ते तुहाडे सामने खुलते हैं, लोगों का ब्लड वेच देंदे ने, किडनियां वेच देंदे ने। कदे जगराओं जाओ तो छोटा जिहा शहर है नानकसर कलेरा करके, जगराओं बड़ा मशहूर होया है। उत्थे एक कोठी है 400-500 गज विच बनी हुई है, डबल स्टोरी है। उहदे उत्ते तुहानूं केसरी रंग का निशान साहब नज़र आएगा। गुरु ग्रंथ साहब जी का प्रकाश है। उत्थे छोटी जी धार्मिक अकैडमी बनी हुई है। हुण अंदर गुरु ग्रंथ साहब जी का प्रकाश गुरुद्वारा बनिया। टकसाल वाले सिंह उहदी सेवा करते हैं। क्यों? कदे साध संगत तो किसी डॉक्टर की कोठी सी, वो आप बंदा भी डॉक्टर, उहदी वाइफ भी डॉक्टर, MS की डिग्री उन्होंने कोल, विद्या बहुत है, पर लोभ लालच इन्ना वध गया। उन्होंने वो काम किए जिहड़े गैर कानूनी सन, कानून के तहत नहीं सन। उन्हीं सैकड़े बच्चों की भरूण हत्या कर दी। उन्होंने कोलों वो मशीनां थोड़े साल पहलां फड़ियां गईयां और दोवां नूं जेल में भेजिया। जो बाद विच उन्हां नाल होया परिवार नाल, वो मैं बयान नहीं कर सकता। अज वो कोठी खाली है, उहदे सिर ते करजा सी, उत्थे गुरुद्वारा बनया होया। कहण तो भाव ये है, बड़े बड़े डॉक्टर जिहड़े ने इदां दे जुलम विच फिर जेल चले जाते हैं। पातशाह ने बाणी अंदर बचन कहा, तेरे कोल विद्या भी होवे पर सज्जणा गुरु की मत होवे। गुरु की मत परोपकार वास्ते वरती जाएगी। ये विद्या संसार में परोपकार फिर फैलाएगी जे तेरे कोल गुरु की मत है। जिदन गुरु की मत होई उदन तुसीं औगणा नाल सांझ नहीं करोगे, गुणा नाल सांझ बनाओगे। उदन तुसीं दुखी बंदे की मदद करोगे। उदों तुहाडे अंदर ये समझ आएगा सब कुछ काल पुरख वाहिगुरू के हुक्म विच है। ना को मूर्ख ना को सियाणा, वरते सब किश तेरा भाणा। जिदन गुरु की मत आ गई उदन आपां संसार के भले वास्ते विद्या वरतांगे। उदन ये विद्या दुनिया के भले वास्ते वरती जाएगी। इसलिए पातशाह ने बचन कहे, भाई गुरमत के अंदर वो पढ़िया लिखिया विद्या प्रवान है जिथे लोगों उत्ते जीवां उत्ते दया आवे। 68 तीर्थ सगल पुन, जदों तुहानूं गुरु की मत आउणी है। कल्ले ये नहीं भी तीर्थां ते जाके मत्था टेक आउंदा जी। मत्था टेकण नाल की हुंदा है? खाली स्कूल की बिल्डिंग नूं रोज़ कोई विद्यार्थी मत्था टेक के चला जाए, क्लास में पढ़े ही ना, वो पास हो सकता है?
ਉਹਨੂੰ ਕਲਾਸ ਵਿੱਚ ਸਬਜੈਕਟ ਪੜ੍ਹਨਾ ਪੈਣਾ, ਉਹਨੂੰ ਸਕੂਲ ਦੇ ਨਿਯਮ ਅਨੁਸਾਰ ਚੱਲਣਾ ਪੈਂਦਾ, ਫਿਰ ਉਹ ਡਿਗਰੀਆਂ ਲੈ ਜਾਂਦਾ ਹੈ। ਔਰ ਜਿਹੜਾ ਟੀਚਰ ਦਾ ਪੜ੍ਹਾਇਆ ਸਹੀ ਪੂਰੇ ਰੂਪ ਵਿੱਚ ਪੜ੍ਹ ਜਾਂਦਾ ਹੈ, ਥੋੜ੍ਹੇ ਸਾਲਾਂ ਬਾਅਦ ਉਹ ਸਟੂਡੈਂਟ ਇੱਕ ਦਿਨ ਟੀਚਰ ਬਣ ਕੇ ਉਸੇ ਸਕੂਲ ਵਿੱਚ ਆ ਜਾਂਦਾ ਹੈ। ਇੱਦਾਂ ਪਾਤਸ਼ਾਹ ਨੇ ਬਚਨ ਕਹੇ, ਭਾਈ ਜਿੱਦਣ ਤੂੰ ਗੁਰੂ ਦਾ ਗਿਆਨ, ਗੁਰੂ ਦੀ ਮੱਤ ਪੜ੍ਹਨ ਲੱਗ ਪਿਆ, ਉਦਣ ਇਸੇ ਸੰਸਾਰ ਵਿੱਚ ਤੈਨੂੰ ਵੀ ਲੋਕ ਪੂਜਣ ਲੱਗ ਜਾਣਗੇ। ਮੈਂ ਕਈ ਵਾਰ ਬੇਨਤੀ ਕਹਿੰਦਾ ਉਹਨਾਂ, ਸਰੀਰ ਤਾਂ ਸਾਡੇ ਵਰਗਾ ਹੀ ਹੈ ਸੰਤ ਦਾ, ਉਹ ਸਾਡੇ ਵਾਂਗ ਉੱਠਦਾ ਬਹਿੰਦਾ, ਪਰ ਉਹ ਸੰਤ ਸਾਡੇ ਵਰਗਾ ਨਹੀਂ, ਉਹ ਦੁਨੀਆ ਤੋਂ ਅਲੱਗ ਹੁੰਦਾ। ਪਤਾ ਕਿਉਂ? ਜਦੋਂ ਗੁਰੂ ਦਾ ਪੜ੍ਹਾਇਆ ਪੂਰਾ ਉਹ ਪੜ੍ਹਨ ਲੱਗ ਪੈਂਦਾ, ਦੁਨੀਆ ਉਹਨੂੰ ਪੂਜਣ ਲੱਗ ਪੈਂਦੀ। ਗੁਰਸਿੱਖਾਂ ਅੰਦਰ ਸਤਿਗੁਰ ਵਰਤ ਹੈ, ਉਹਦੇ ਵਿੱਚ ਗੁਰੂ ਦੀ ਮੱਤ ਵਰਤਣ ਲੱਗ ਪਈ ਹੈ। ਹੁਣ ਸੰਸਾਰ ਦੇ ਲੋਕ ਗੁਰੂ ਦੀ ਤਰ੍ਹਾਂ ਉਹਦਾ ਸਤਿਕਾਰ ਕਰਨ ਲੱਗ ਪੈਣਗੇ। 10 20 50 200 ਸਟੂਡੈਂਟ ਇਕੱਠਾ ਬੈਠਾ ਹੋਵੇ, ਟੀਚਰ ਦਾ ਜਿਹੜਾ ਸਹੀ ਪੜ੍ਹਾਇਆ ਹੋਇਆ ਪੜ੍ਹਨ ਲੱਗ ਜਾਏ, ਟੀਚਰ ਉਹਨੂੰ ਮੋਨੀਟਰ ਬਣਾ ਦਿੰਦਾ। ਮੋਨੀਟਰ ਬਣਾ ਕੇ ਉਹਨੂੰ ਮੋਹਰਲੀ ਕਤਾਰ 'ਚ ਬਿਠਾਉਂਦਾ। ਹੈ ਤਾਂ ਉਹ ਸਟੂਡੈਂਟ ਹੀ, ਪਰ ਜਿਹਨੂੰ ਕਲਾਸ ਵਿੱਚੋਂ ਚੁਣ ਕੇ ਮੋਨੀਟਰ ਬਣਾ ਦਿੱਤਾ, ਉਹਨੂੰ ਟੀਚਰ ਕਈ ਵਾਰ ਕਲਾਸ ਵਿੱਚ ਖੜਿਆਂ ਕਰਕੇ ਕਹਿੰਦਾ, ਲੈ ਹੁਣ ਦੂਜੇ ਸਟੂਡੈਂਟਸ ਤੋਂ, ਦੂਜੇ ਵਿਦਿਆਰਥੀਆਂ ਤੋਂ ਤੂੰ ਸੁਣ। ਮੋਨੀਟਰ ਨੂੰ ਕਹਿੰਦਾ ਦੂਜਿਆਂ ਦੀਆਂ ਕਾਪੀਆਂ ਚੈੱਕ ਕਰ। ਇੱਦਾਂ ਸਰੀਰ ਇੱਕੋ ਜਿਹੇ ਹੁੰਦੇ ਨੇ ਗੁਰਸਿੱਖਾਂ ਦੇ, ਪਰ ਜਿੱਦਣ ਗੁਰੂ ਕਿਸੇ ਸਿੱਖਾਂ ਵਿੱਚੋਂ ਗੁਰਸਿੱਖ ਨੂੰ ਚੁਣ ਲੈਂਦਾ, ਉਹਨੂੰ ਫਿਰ ਚੁਣ ਕੇ ਇੰਨੀ ਵਡਿਆਈ ਦਿੰਦਾ, ਲੈ ਭਾਈ ਹੁਣ ਆਹ ਕਾਰਜ ਗੁਰੂ ਦੇ ਥਾਂ ਤੂੰ ਕਰਾ। ਅੱਜ ਜਿਨ੍ਹਾਂ ਦੀ ਯਾਦ 'ਚ ਬੈਠੇ ਹੋ ਚੁਣੇ ਹੋਏ ਨੇ ਲੋਕ ਬਹੁਤ ਹੋਣਗੇ ਇਸ ਨਾਮ ਦੇ, ਪਰ ਸਾਧ ਸੰਗਤ ਜਿਹਨੂੰ ਗੁਰੂ ਚੁਣ ਲੈ, ਉਹਨੂੰ ਆਪਣਾ ਪੂਰਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ। ਸੰਤ ਬਾਬਾ ਨਿਧਾਨ ਸਿੰਘ ਜੀ ਲਿਖੀ ਹੋਈ ਲਿਖਤ ਦੇ ਮੁਤਾਬਕ ਕਹਿੰਦੇ ਨੇ, ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਅਸਥਾਨ ਤੇ ਕਈ ਮਹੀਨੇ ਰਹੇ। ਦੱਖਣੀਆਂ ਨੇ ਉੱਥੋਂ ਕਿਹਾ, ਬਾਬਾ ਜਾ ਤੂੰ, ਇੱਥੇ ਇਦਾਂ ਦੇ ਕੰਮ ਇੱਥੇ ਨਹੀਂ ਹੋਣੇ, ਲੰਗਰ ਲਾਉਣਾ ਤੇ ਜਾਂ ਪੰਜਾਬ ਚਲਾ ਜਾ। ਕਈ ਵਾਰ ਨਹੀਂ ਗੱਲ ਬਣਦੀ, ਕਈ ਚੀਜ਼ਾਂ ਨਹੀਂ। ਉੱਥੋਂ ਵਾਪਸ ਆ ਗਏ, ਜਿਸ ਜਗ੍ਹਾ ਤੇ ਅਸਥਾਨ ਹੈ, ਕਹਿੰਦੇ ਵਾਪਸ ਆਉਣ ਲਈ ਸਟੇਸ਼ਨ ਤੇ ਬਹਿ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਅੰਦਰੋਂ ਕਿੰਨਾ ਕੁ ਨੇਹ ਹੈ, ਕਿੰਨਾ ਕੁ ਸਨੇਹ ਹੈ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੀ ਪੰਕਤੀ ਪਾਤਸ਼ਾਹ ਨਿਤਨੇਮ ਵਿੱਚ ਕਹਿੰਦੇ ਨੇ, ਉਹਨੂੰ ਚਿੱਤ ਲਾ ਕੇ ਅੰਦਰੋਂ ਪੜ੍ਹਨ ਲੱਗ ਗਏ। ਪਾਤਸ਼ਾਹ ਤੁਈਓ ਕਹਿੰਦੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਵਾਸ ਕੀਓ ਬਖਿਆਨ ਸੁ ਬੈਠ ਕੇ, ਐਸੇ ਹੀ ਐਸੇ ਸੁ ਬੈਸ ਬਤਾਇਓ। ਸਾਚ ਕਹੂੰ ਸੁਨ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਪ੍ਰੇਮ ਦੇ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਗਟ ਹੋਣਾ ਪਿਆ। ਪਾਤਸ਼ਾਹ ਨੇ ਦਰਸ਼ਨ ਦੇ ਕੇ ਕਿਹਾ, ਨਿਧਾਨ ਸਿੰਘ ਜਾਣਾ ਕਿੱਥੇ ਹੈ? ਜਾ ਗੁਰੂ ਦੇ ਨਾਮ ਉੱਤੇ ਲੰਗਰ ਲਾ, ਦੁਨੀਆ ਇੱਥੇ ਚੱਲ ਕੇ ਆਏ। ਸਤਿਗੁਰ ਦੀ ਨਜ਼ਰ ਕਿਰਪਾ ਬਖਸ਼ਿਸ਼ ਹੋਈ। ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੇ ਕੋਲ ਤਾਂ ਪੰਜਾਬ ਜਾਣ ਲਈ ਕਿਰਾਇਆ ਨਹੀਂ, ਮੈਂ ਲੰਗਰ ਕਾਹਦਾ ਲਾਵਾਂ? ਕਹਿੰਦੇ ਕਲਗੀਧਰ ਪਾਤਸ਼ਾਹ ਨੇ ਬਲ ਬਖਸ਼ਿਸ਼ ਕਰਕੇ ਕਿਹਾ, ਖੀਸਾ ਗੁਰੂ ਗੋਬਿੰਦ ਸਿੰਘ ਦਾ, ਹੱਥ ਤੇਰਾ ਨਿਧਾਨ ਸਿਆ, ਜਿੰਨਾ ਮਰਜੀ ਵਰਤਾਈ ਚੱਲ, ਇਹ ਖੀਸਾ ਮੁੱਕਣ ਵਾਲਾ ਨਹੀਂ। ਖਜ਼ਾਨਾ ਗੁਰੂ ਦਾ, ਹੱਥ ਤੇਰੇ, ਹੁਣ ਵਰਤਾਈ ਚੱਲ, ਇਹ ਮੁੱਕੇਗਾ ਨਹੀਂ। ਐਸੀ ਸੇਵਾ ਸ਼ੁਰੂ ਹੋਈ। ਸੇਵਾ ਕਰਨ ਤੋਂ ਬਾਅਦ ਉਹ ਸੇਵਾ ਫਿਰ ਪ੍ਰਵਾਨ ਹੋਈ। ਇੱਕ ਸੇਵਾ ਮਿਲਣੀ ਅਲੱਗ ਗੱਲ ਹੈ, ਉਹ ਸੇਵਾ ਦਾ ਪ੍ਰਵਾਨ ਹੋਣਾ ਅਲੱਗ ਗੱਲ ਹੈ। ਕਈ ਵਾਰ ਸੇਵਾ ਮਿਲ ਜਾਂਦੀ ਹੈ, ਉਹਦੇ ਵਿੱਚ ਪ੍ਰਵਾਨ ਚੜ੍ਹਨ ਵਾਸਤੇ ਹੋਰ ਖਾਕ ਹੋਣਾ ਪੈਂਦਾ, ਉਹਨੂੰ ਕਈ ਤਰ੍ਹਾਂ ਦੇ ਸਹਾਰਿਆਂ ਦੀ ਲੋੜ ਪੈਂਦੀ ਹੈ। ਜਦੋਂ ਉਹ ਗੁਰੂ ਦਾ ਬਲ ਆਸਰਾ ਲੈ ਕੇ ਤੁਰਦਾ ਜਾਏ, ਕਹਿੰਦੇ ਇੱਕ ਵਕਤ ਆਇਆ ਜਿੱਦਣ ਦਸਮ ਪਾਤਸ਼ਾਹ ਨੇ ਸੇਵਾ ਪ੍ਰਵਾਨ ਕਰ ਲਈ। ਉਦਣ ਅਖੀਰ ਵੇਲੇ ਫਿਰ ਦਰਸ਼ਨ ਦੇ ਕੇ ਕਿਹਾ, ਕਹਿੰਦੇ ਨਿਧਾਨ ਸਿਆ, ਅੱਜ ਤੱਕ ਇਹ ਅਸੀਂ ਕਹਿੰਦੇ ਰਹੇ, ਖੀਸਾ ਗੁਰੂ ਗੋਬਿੰਦ ਸਿੰਘ ਦਾ, ਹੱਥ ਬਾਬੇ ਨਿਧਾਨ ਸਿੰਘ ਦਾ, ਜਿੰਨਾ ਵਰਤਾਉਣਾ ਵਰਤਾਈ ਚੱਲ, ਖੀਸਾ ਮੁੱਕਣਾ ਨਹੀਂ। ਪਰ ਹੁਣ ਇਹ ਫਰਕ ਅਸੀਂ ਮਿਟਾ ਦੇਣਾ। ਅੱਜ ਤੋਂ ਬਾਅਦ ਖੀਸਾ ਵੀ ਨਿਧਾਨ ਸਿਆ ਤੇਰਾ ਤੇ ਹੱਥ ਵੀ ਤੇਰਾ। ਹੁਣ ਗੁਰੂ ਤੇ ਸਿੱਖ ਵਿੱਚ ਭੇਦ ਨਹੀਂ ਰਹੇਗਾ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ। ਹੁਣ ਨਹੀਂ ਫਰਕ ਰਿਹਾ। ਪਹਿਲਾਂ ਜ਼ਮੀਨ ਪਿਓ ਦੇ ਨਾਮ ਹੁੰਦੀ ਹੈ, ਪਰ ਜਿੱਦਣ ਪੁੱਤ ਪੂਰੀ ਵਫਾਦਾਰੀ ਕਰਦਾ, ਪਿਓ ਕਹਿੰਦਾ ਹੁਣ ਜਾਇਦਾਦ ਵੀ ਤੇਰੇ ਨਾਮ ਚੜ ਗਈ। ਹੁਣ ਵਲਦ ਤਾਂ ਮਗਰ ਬੋਲੇਗਾ ਕਿ ਫਲਾਨਾ ਸਨ ਆਫ, ਪਰ ਨਾਮ ਹੁਣ ਤੇਰਾ ਮੋਹਰੇ ਚੱਲੇਗਾ। ਕਿਉਂ? ਉਹ ਸੇਵਾ ਵਿੱਚ ਪ੍ਰਵਾਨ ਹੋ ਗਏ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਹਰ ਜਿਓ।
ਬਾਬਾ ਇਕਬਾਲ ਸਿੰਘ ਜੀਆਂ ਨੇ ਆ ਜਿਹੜੀ ਸੇਵਾ ਸ਼ੁਰੂ ਕੀਤੀ, ਹਰ ਥਾਂ ਤੇ ਲਿਖਿਆ ਹੋਇਆ ਅਕਾਲ ਅਕੈਡਮੀ ਬੜੂ ਸਾਹਿਬ, ਅਕਾਲ ਅਕੈਡਮੀ ਬੜੂ ਸਾਹਿਬ। ਸਾਧ ਸੰਗਤ, ਨਾਮ ਉਸ ਅਕਾਲ ਪੁਰਖ ਤੋਂ ਸ਼ੁਰੂ ਕੀਤਾ, ਪਰ ਯਾਦ ਰੱਖਿਓ ਸੇਵਾ ਪ੍ਰਵਾਨ ਹੋ ਜਾਏ। ਅੱਜ ਹਰ ਅਕੈਡਮੀ ਵਿੱਚ ਜਦੋਂ ਅਕਾਲ ਅਕੈਡਮੀ ਦਾ ਨਾਮ ਆਉਣਾ, ਉਸ ਸਾਧੂ ਨੂੰ ਵੀ ਤੁਸੀਂ ਯਾਦ ਕਰੋਗੇ, ਬਾਬਾ ਇਕਬਾਲ ਸਿੰਘ ਦਾ ਨਾਮ ਵੀ ਆਉਣਾ, ਨਾਮ ਉਹਨਾਂ ਦਾ ਵੀ ਨਾਲ ਆਉਣਾ। ਕਿਉਂ? ਜਦੋਂ ਸੇਵਾ 'ਚ ਕੋਈ ਪ੍ਰਵਾਨ ਹੋ ਜਾਏ, ਫਿਰ ਨਾਮ ਉਹਦੇ ਨਾਲ ਬੋਲਣ ਲੱਗ ਪੈਂਦਾ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਅਸੀਂ ਇਹ ਚੀਜ਼ ਸਮਝ ਸਕੀਏ, ਬੁੱਝ ਸਕੀਏ, ਔਰ ਗੁਰੂ ਦੇ ਕੋਲੋਂ ਇਹ ਜ਼ਰੂਰ ਮੰਗੀਏ, ਪਾਤਸ਼ਾਹ ਪਹਿਲਾਂ ਸਾਨੂੰ ਮਤ ਬਖਸ਼ਿਸ਼ ਕਰੋ, ਕਿਉਂਕਿ ਆਪਣੀ ਮਤ ਕਦੇ ਵੀ ਫੇਲ ਹੋ ਸਕਦੀ ਹੈ। ਸਾਡੀ ਮਤ ਵਿੱਚ ਕਦੇ ਵੀ ਹੰਕਾਰ ਆ ਸਕਦਾ ਹੈ, ਵਿਕਾਰ ਆ ਸਕਦਾ ਹੈ, ਕੋਈ ਬੁਰੀਆਂ ਚੀਜ਼ਾਂ ਆ ਸਕਦੀਆਂ ਨੇ। ਮਾਇਆ, ਸ਼ੌਹਰਤ, ਵਡਿਆਈ ਬਹੁਤ ਕੁਝ ਨਾਲ ਲੈ ਕੇ ਆਉਂਦਾ ਹੈ। ਇਸ ਲਈ ਸਿੱਖ ਨੂੰ ਵਾਰ-ਵਾਰ ਅਰਦਾਸ ਕਰਨੀ ਪੈਂਦੀ ਹੈ, ਪਾਤਸ਼ਾਹ ਸਾਨੂੰ ਆਪਣੀ ਮਤ ਬਖਸ਼ਿਸ਼ ਕਰੋ। ਕਿਸੇ ਨੇ ਪਛਾਣ ਲਿਆ ਸਾਧੇ ਜੈ ਭੇਖ ਵਿੱਚ ਬਾਬਾ ਅਤਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਵਾਰ-ਵਾਰ ਨਮਸਕਾਰ ਕਰਨ, ਵਾਰ-ਵਾਰ ਨਮਸਕਾਰ ਕਰਨ। ਤੇ ਕਿਸੇ ਨੇ ਪਹਿਚਾਣ ਕੇ ਕਿਹਾ, ਸੰਤ ਜੀ ਜੇ ਮੇਰੀਆਂ ਅੱਖਾਂ ਭੁਲੇਖਾ ਨਹੀਂ ਖਾਂਦੀਆਂ, ਤੁਸੀਂ ਬਾਬਾ ਅਤਰ ਸਿੰਘ ਜੀ ਹੋ? ਉਹਨੇ ਕਿਹਾ, ਹਾਂ, ਮੈਨੂੰ ਹੀ ਲੋਕ ਗੁਰੂ ਨਾਨਕ ਦੇ ਘਰ ਦਾ ਚੱਕਰ ਅਤਰ ਸਿੰਘ ਕਹਿੰਦੇ। ਮਹਾਰਾਜ ਇੰਨੀ ਵਾਰ ਮੱਥਾ ਟੇਕੀ ਜਾਂਦੇ ਹੋ ਤੁਸੀਂ, ਬਾਰ-ਬਾਰ ਹਰਿਮੰਦਰ ਸਾਹਿਬ ਦੀਆਂ ਕੰਧਾਂ ਨੂੰ ਨਮਸਕਾਰ ਕਰ ਰਹੇ ਹੋ, ਤੁਹਾਡੀਆਂ ਅੱਖਾਂ ਵਿੱਚ ਇੰਨਾ ਜਲ ਭਰਿਆ ਹੋਇਆ ਹੈ, ਮੈਂ ਕਦੋਂ ਦਾ ਵੇਖਿਆ, ਕਿੰਨੀ ਵਾਰ ਤੁਸੀਂ ਮੱਥਾ ਟੇਕਦੇ ਰੋਂਦੇ ਹੋ, ਇਹ ਕਿਉਂ? ਇੰਨਾ ਵਿਰਾਗ ਕਿਉਂ? ਤੇ ਜਵਾਬ ਪਤਾ ਕੀ ਦਿੱਤਾ? ਕਹਿੰਦੇ ਲੋਕ ਮੈਨੂੰ ਬਾਬਾ ਅਤਰ ਸਿੰਘ ਕਹਿਣ ਲੱਗ ਪਏ ਨੇ। ਇਹ ਗੁਰੂ ਦਾ ਦਿੱਤਾ ਚੋਲਾ ਪੁਸ਼ਾਕ ਪਾ ਕੇ ਮੈਂ ਗੁਰੂ ਦੀ ਸੇਵਾ ਨਿਭਾ ਰਿਹਾ, ਲੱਖਾਂ ਹਜ਼ਾਰਾਂ ਲੋਕ ਮੈਨੂੰ ਹੱਥ ਜੋੜ ਕੇ ਮੱਥਾ ਟੇਕ ਜਾਂਦੇ ਨੇ। ਅੱਜ ਮੈਂ ਸਾਰਾ ਹੀ ਭਾਰ ਲਾ ਕੇ ਗੁਰੂ ਰਾਮਦਾਸ ਸਾਹਿਬ ਨੂੰ ਦੇਣ ਆਇਆ। ਹੇ ਗੁਰੂ ਰਾਮਦਾਸ ਸਾਹਿਬ, ਇਹ ਵਡਿਆਈ ਮੇਰੀ ਨਹੀਂ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਇਹ ਵਡਿਆਈ ਤੁਹਾਡੀ ਹੈ। ਅੱਜ ਸਾਰੀਆਂ ਵਡਿਆਈਆਂ ਗੁਰੂ ਦੇ ਚਰਨਾਂ 'ਚ ਦੇਣ ਆਇਆ। ਇਹਨੂੰ ਕਹਿੰਦੇ ਨੇ ਸੰਤ ਜਿਹੜਾ ਕੋਲ ਨਾ ਰੱਖੇ। ਸਾਦੀ ਜੇ ਉਦਾਹਰਨ ਹੈ, ਤੁਹਾਡੇ ਪਕੜ 'ਚ ਰਹਿਣੀ, ਜੇਬ 'ਚ ਪੈਸੇ ਰੱਖ ਲਓ, ਮੁੱਕ ਹੀ ਜਾਂਦੇ ਥੋੜੇ ਦਿਨਾਂ ਬਾਅਦ, ਕਿਉਂ? ਚੱਲਦੇ ਰਹਿੰਦੇ ਆ। ਤੇ ਜਿਹੜੇ ਸਿਆਣੇ ਬੰਦੇ ਉਹ ਥੋੜੇ ਜਿਹੇ ਖਰਚੇ ਸੰਕੋਚ ਕੇ ਥੋੜੇ ਜਿਹੇ ਪੈਸੇ ਬੈਂਕ 'ਚ ਜਮ੍ਹਾਂ ਕਰਾ ਦਿੰਦੇ। ਜਿਹੜੇ ਬੈਂਕ 'ਚ ਰੱਖ ਦੋ, ਉਹਦੇ ਨਾਲ ਵਿਆਜ ਲੱਗ ਕੇ ਵਧਣ ਲੱਗ ਪੈਂਦਾ। ਬੈਂਕ 'ਚ ਕਰਾਏ ਜਮ੍ਹਾਂ ਪੈਸੇ ਵਧਣ ਲੱਗ ਪੈਂਦੇ ਨੇ, ਕੋਲ ਰੱਖੇ ਪੈਸੇ ਮੁੱਕ ਜਾਂਦੇ ਨੇ। ਕੋਲ ਰੱਖੀਆਂ ਵਡਿਆਈਆਂ ਇੱਕ ਦਿਨ ਮੁੱਕ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਕੋਲ ਜਮ੍ਹਾਂ ਕਰਾਈਆਂ ਵਡਿਆਈਆਂ ਵਧਣ ਲੱਗ ਪੈਂਦੀਆਂ ਨੇ, ਇੰਨੀਆਂ ਕੁ ਵੱਧ ਜਾਂਦੀਆਂ ਨੇ, ਸਰੀਰ ਜਾਣ ਤੋਂ ਬਾਅਦ ਵੀ ਦੁਨੀਆ ਉਹਦੀ ਵਡਿਆਈ ਕਰਦੀ। ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਪਰ ਉਹਨਾਂ ਦੀ ਅਰਦਾਸ ਹੁੰਦੀ ਹੈ, ਪਤਾ ਕਿਹੜੀ? ਤੁਧ ਆਗੇ ਅਰਦਾਸ ਹਮਾਰੀ। ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ। ਮਹਾਰਾਜ ਜਿੰਦ ਵੀ ਤੁਹਾਡੀ ਹੈ, ਸਰੀਰ ਵੀ ਤੁਹਾਡਾ ਹੈ, ਸਾਡਾ ਕੀ ਹੈ? ਜੇ ਤੂੰ ਜਿੰਦ ਕੱਢ ਲਿਆ, ਸਰੀਰ ਸੇਵਾ ਕਰ ਲਓ। ਜੇ ਇਹ ਸਰੀਰ ਤੰਦਰੁਸਤ ਨਾ ਰਵੇ ਤਾਂ ਸੇਵਾ ਕਰ ਲਾਂਗੇ। ਜੇ ਪਾਤਸ਼ਾਹ ਤੂੰ ਉਦਮ ਉਪਰਾਲਾ ਨਾ ਦਵੇਂ, ਅਸੀਂ ਕਿੱਥੋਂ ਸੇਵਾ ਕਰ ਲਾਂਗੇ? ਕਈਆਂ ਨੂੰ ਮਾਣ ਹੁੰਦਾ, ਮੈਂ ਜੀ ਸਟਰਗਲ ਬਹੁਤ ਕੀਤਾ, ਬਹੁਤ ਸਟਰਗਲ ਕੀਤਾ। ਸਟਰਗਲ ਉਹ ਕਰਦਾ ਜਿਹੜਾ ਤੰਦਰੁਸਤ ਹੋਵੇ। ਮੈਂ ਸਟੱਡੀ ਬਹੁਤ ਕੀਤੀ ਹੈ ਜੀ। ਸਟੱਡੀ ਉਹ ਕਰ ਸਕਦਾ ਜਿਹਨੂੰ ਰੱਬ ਦਿਮਾਗ ਦੇਵੇ। ਜੇ ਰੱਬ ਦਿਮਾਗ ਨਾ ਦੇਵੇ, ਤੁਸੀਂ ਸਟੱਡੀ ਨਹੀਂ ਕਰ ਸਕਦੇ। ਕਰੋੜਾਂ ਦੀ ਜਾਇਦਾਦ ਵਾਲੇ ਲੋਕ ਮੈਂ ਇਸ ਤਰੀਕੇ ਨਾਲ ਵੀ ਵੇਖੇ ਨੇ। ਜਦੋਂ ਆਪਾਂ ਬੜੂ ਸਾਹਿਬ ਜਾਂਦੇ, ਰਸਤੇ ਵਿੱਚ ਸੋਲਨ ਖੱਬੇ ਪਾਸੇ ਪਹਾੜੀ 'ਚ ਇੱਕ ਆਸ਼ਰਮ ਬਣਿਆ ਹੈ। ਉੱਥੇ ਵਿਦੇਸ਼ਾਂ ਤੋਂ ਲੋਕਾਂ ਨੇ ਆਪਣੇ ਬੱਚੇ ਛੱਡੇ ਹੋਏ ਆ, ਪੜ੍ਹਨ ਵਾਸਤੇ ਨਹੀਂ, ਤੰਦਰੁਸਤ ਹੋਣ ਲਈ। ਕਿਉਂ? ਉਹ ਜਿਹੜਾ ਆਸ਼ਰਮ ਬਣਿਆ ਉਹ ਮੈਂਟਲੀ ਡਿਸੇਬਲ ਬੱਚਿਆਂ ਦਾ ਬਣਿਆ। 15 ਸਾਲ ਦੀ ਬੱਚੇ ਦੀ ਉਮਰ ਹੈ, ਦਿਮਾਗ 5 ਸਾਲ ਦੇ ਬੱਚੇ ਦਾ। 10 ਸਾਲ ਦਾ ਸਰੀਰਕ ਗਰੋਥ ਵਿੱਚ ਔਰ ਮੈਂਟਲੀ ਗਰੋਥ ਵਿੱਚ ਫਰਕ ਹੈ। 15 ਸਾਲ ਦੀ ਉਮਰ ਹੈ, ਦਿਮਾਗ 5 ਸਾਲ ਦੇ ਬੱਚੇ ਦਾ। 10 ਸਾਲ ਦਾ ਗੈਪ ਦੁਨੀਆ ਦੀ ਕੋਈ ਮੈਡੀਕਲ ਸਾਇੰਸ ਪੂਰਾ ਨਹੀਂ ਕਰ ਸਕੀ। ਉਹ ਲੱਖਾਂ ਡਾਲਰ ਉਹਨੇ ਖਰਚ ਦਿੱਤੇ ਨੇ, ਬੱਚੇ ਦਾ ਦਿਮਾਗ ਨਹੀਂ ਚਲਾ ਸਕੇ। ਪਤਾ ਕਿਉਂ? ਜਿਹਨੂੰ ਰੱਬ ਦਿਮਾਗ ਦੇਵੇ ਉਹੀ ਉਹ ਪੜ੍ਹ ਸਕਦਾ ਹੈ। ਇਸ ਲਈ ਮਾਣ ਕੋਈ ਨਹੀਂ ਮੈਂ ਅਕੈਡਮਿਕ ਐਜੂਕੇਸ਼ਨ, ਇਸ ਤਰ੍ਹਾਂ ਦੀ ਨਹੀਂ ਹੈ ਮਾਣ। ਅਕਾਲ ਪੁਰਖ ਦੀ ਨਜ਼ਰ ਹੋਵੇ ਭਾਈ, ਫਿਰ ਪੜ੍ਹਾਈ ਹੁੰਦੀ ਹੈ। ਉਹਦੀ ਨਜ਼ਰ ਕਿਰਪਾ ਹੋਵੇ ਤਾਂ ਫਿਰ ਪਾਤਸ਼ਾਹ ਨੇ ਕਿਹਾ ਕਰ ਗੁਰੂ ਅੱਗੇ, ਪਾਤਸ਼ਾਹ ਜਿੰਦ ਵੀ ਤੇਰੀ ਹੈ,
ਸਰੀਰ ਵੀ ਤੇਰਾ ਹੈ। ਸਰੀਰ ਤੰਦਰੁਸਤ ਹੋਵੇ ਅਸੀਂ ਸੇਵਾ ਕਰ ਸਕਦੇ, ਪੜ੍ਹ ਸਕਦੇ ਹਾਂ। ਜਿੰਦ ਸਰੀਰ ਵਿੱਚ ਹੈ ਅਸੀਂ ਦੁਨੀਆ 'ਚ ਕੁਝ ਕਰ ਸਕਦੇ ਹਾਂ। ਜੇ ਜਿੰਦ ਕੱਢ ਲਵੇ ਸਰੀਰ 'ਚੋਂ ਇਹਨੇ ਕੀ ਕਰ ਲੈਣਾ। ਇਸ ਲਈ ਸੰਤ ਦੀ ਅਰਦਾਸ ਰਹਿੰਦੀ ਹੈ, ਉਹਨੂੰ ਇੱਕ ਪਲ ਵੀ ਦੁਨੀਆ ਵਿੱਚ ਵਿਚਰਦਿਆਂ ਮਾਣ ਨਹੀਂ ਆਉਂਦਾ ਕਦੇ ਕਿ ਮੈਂ ਕਰ ਰਿਹਾ। ਉਹ ਕਹਿੰਦਾ ਦਾਤਾ ਵਡਿਆਈ ਤੇਰੀ ਹੈ। ਕੀ ਅਰਦਾਸ ਹੁੰਦੀ ਕਿ ਤੁਧ ਆਗੇ ਅਰਦਾਸ ਹਮਾਰੀ, ਪੜੋ, ਤੁਧ ਆਗੇ ਅਰਦਾਸ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਗੱਜ ਕੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਅੱਜ ਉਹਨਾਂ ਦੀ ਯਾਦ ਮਨਾ ਰਹੇ ਹੋ ਜਿਨੀ 24 ਘੰਟੇ ਗੁਰੂ ਨੂੰ ਸੇਵਾ ਕਰਦੇ ਆ। ਇਹੀ ਕਿਹਾ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਪਾਂ ਵੀ ਸਾਰੇ ਪਿਆਰ ਨਾਲ ਪੜ੍ਹੀਏ, ਚਿੱਤ ਜੋੜ ਕੇ ਅਰਦਾਸ ਕਰੀਏ। ਫਿਰ ਸਮਾਪਤੀ ਹੈ, ਸਾਰੇ ਮਿਲ ਕੇ ਕਹੋ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ, ਕਹੋ ਨਾਨਕ ਸਭ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਅਰਦਾਸ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ, ਕਹੋ ਨਾਨਕ ਸਭ, ਕੋਈ ਨਾਉ ਨਾ ਜਾਣੇ, ਕਹੋ ਨਾਨਕ ਸਭ ਤੇਰੀ ਵਡਿਆਈ। ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਭਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ।